ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ, ਕਿਉਂਕਿ ਤੁਸੀਂ ਸਾਡੇ ਲਈ ਮਹਾਨ ਕੰਮ ਕਰਕੇ ਸਾਨੂੰ ਜੀਵਨ ਦੇਣ ਵਾਲੇ ਪ੍ਰੇਮੀ ਪਰਮੇਸ਼ਰ ਹੋ। ਆਪ ਦੇ ਦਿੱਤੇ ਹੋਏ ਜੀਵਨ ਦੇ ਵਿੱਚ ਅਸੀਂ ਆਪ ਨੂੰ ਉੱਚਾ ਕਰ ਸਕਦੇ ਹਾਂ। ਆਪਣੇ ਆਪ ਦੇ ਵਿੱਚ ਸਾਡੇ ਕੋਈ ਖੂਬੀ ਜਾਂ ਲਿਆਕਤ ਨਹੀਂ। ਜਦੋਂ ਅਸੀਂ ਤੇਰੇ ਵਚਨ ਨੂੰ ਪੜ੍ਹਦੇ ਹਾਂ ਤਾਂ ਇਸ ਦਾ ਵਿਕਾਸਵਾ ਸਾਨੂੰ ਕਰਨ ਦੇ ਲਈ ਮਦਦ ਕਰ, ਜਿਸ ਦੇ ਨਾਲ ਅਸੀਂ ਤੇਰੇ ਵਿੱਚ ਮਜ਼ਬੂਤ ਹੋ ਕੇ ਤੇਰੇ ਰਾਜ ਵਿੱਚ ਪਾਏ ਜਾਈਏ। ਇਹ ਸਭ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਲਿਆ ਹੈ ਉਹ ਲਿਆ ਹੈ ਪਹਿਲਾ ਯਹੋਨਾ 5 ਅਧਿਆਏ ਉਸ ਦੀ 18 ਅਤੇ 19 ਆਇਤ। ਇੱਥੇ ਲਿਖਿਆ, ਅਸੀਂ ਜਾਣਦੇ ਹਾਂ ਭਾਈ, ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਸੋ ਪਾਪ ਨਹੀਂ ਕਰਦਾ, ਸਗੋਂ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਸੀ ਉਹ ਉਹਦੀ ਰੱਖਿਆ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ। ਅਸੀਂ ਜਾਣਦੇ ਹਾਂ ਭਾਈ, ਅਸੀਂ ਪਰਮੇਸ਼ਵਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵਸ ਵਿੱਚ ਪਿਆ ਹੋਇਆ ਹੈ। ਮੇਰਾ ਇਸ ਦੇ ਨਾਲ ਜੋ ਵਿਸ਼ਾ ਹੈ ਉਹ ਹੈ, ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ। ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ। ਇੱਥੇ ਯਹੋਨਾ ਅੰਤਿਮ ਪਲਾਂ ਦੇ ਵਿੱਚ ਜਦੋਂ ਬਜ਼ੁਰਗ ਹੋ ਚੁੱਕਾ ਹੈ, ਜਦੋਂ ਉਸ ਦਾ ਆਪ ਕਿਤੇ ਜਾਣਾ ਆਉਣਾ ਮੁਸ਼ਕਲ ਹੈ, ਤਦ ਉਹ ਕਲੀਸਿਆ ਦੇ ਵਿਸ਼ਵਾਸੀਆਂ ਨੂੰ ਇੱਥੇ ਇੱਕ ਬਹੁਤ ਗੰਭੀਰ ਗੱਲ ਅਤੇ ਇੱਕ ਅਜਿਹਾ ਭੇਤ ਦੇ ਰਿਹਾ ਹੈ ਜਿਸ ਦੇ ਵਿੱਚ ਮੇਰੇ ਜੀਵਨ ਦੇ ਵਿੱਚ ਦਲੇਰੀ ਪੈਦਾ ਹੁੰਦੀ ਹੈ ਪਰਮੇਸ਼ਰ ਵਿੱਚ। ਪਹਿਲੀ ਗੱਲ ਅਸੀਂ ਇੱਥੇ ਦੇਖਦੇ ਹਾਂ ਕਿ ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ। ਉਹਦੇ ਵਿੱਚ ਪਹਿਲੀ ਗੱਲ ਦੇਖਦੇ ਹਾਂ ਕਿ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ, ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਸੋ ਪਾਪ ਨਹੀਂ ਕਰਦਾ। ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ, ਜੇ ਇਸ ਗੱਲ ਨੂੰ ਸਮਝਣਾ ਹੈ ਤਾਂ ਮੈਨੂੰ ਅਤੇ ਆਪ ਨੂੰ ਯਹੋਨਾ ਦੀ ਪਹਿਲਾ ਯਹੋਨਾ ਦੀ ਪੱਤਰੀ ਉਹਦਾ 2:13 ਆਪ ਦੇ ਲਈ ਮੈਂ ਇੱਥੇ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ 2:13 ਦੇ ਵਿੱਚ, ਹੇ ਪਿਆਰਿਓ, ਮੈਂ ਤੁਹਾਨੂੰ ਲਿਖਦਾ ਹਾਂ, ਹੇ ਪਿਤਾਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸੀਂ ਉਹਨੂੰ ਜਾਣਦੇ ਹੋ ਜਿਹੜਾ ਆਦ ਤੋਂ ਹੈ। ਹੇ ਜਵਾਨੋ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੋ ਤੁਸਾਂ ਉਸ ਦੁਸ਼ਟ ਨੂੰ ਜਿੱਤ ਲਿਆ। ਹੇ ਬਾਲਕੋ, ਮੈਂ ਤੁਹਾਨੂੰ ਲਿਖਿਆ ਇਸ ਲਈ ਜੋ ਤੁਸੀਂ ਪਿਤਾ ਨੂੰ ਜਾਣਦੇ ਹੋ। ਬਾਣੀ ਦੱਸਦੀ ਹੈ ਜਿਹੜਾ ਪਰਮੇਸ਼ਰ ਤੋਂ ਜੰਮਿਆ, ਪਰਮੇਸ਼ਰ ਤੋਂ ਇੱਕੋ ਹੀ ਪੈਦਾ ਹੋਇਆ ਹੈ, ਉਹ ਹੈ ਯਿਸੂ ਮਸੀਹ। ਯਿਸੂ ਮਸੀਹ, ਕਿਉਂਕਿ ਜਦੋਂ ਅਸੀਂ ਯਹੋਨਾ ਦੀ ਅੰਜੀਲ ਉਸ ਦਾ 1 ਅਧਿਆਏ ਉਸ ਦੀ 18 ਆਇਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਕਹਿੰਦਾ ਹੈ, ਕਿਸੇ ਨੇ ਕਦੇ ਪਰਮੇਸ਼ਰ ਨੂੰ ਨਹੀਂ ਵੇਖਿਆ, ਇਕਲੌਤਾ ਪੁੱਤਰ ਜੋ ਪਿਤਾ ਦੀ ਗੋਦ ਵਿੱਚ ਹੈ ਉਸੇ ਨੇ ਉਸ ਨੂੰ ਪ੍ਰਗਟ ਕੀਤਾ। ਇਹਦਾ ਮਤਲਬ ਪਿਤਾ ਨੂੰ ਪ੍ਰਗਟ ਕਰਨ ਵਾਸਤੇ, ਪਿਤਾ ਦੇ ਸੁਭਾਅ ਨੂੰ ਪ੍ਰਗਟ ਕਰਨ ਦੇ ਲਈ, ਪਿਤਾ ਦੇ ਪ੍ਰੇਮ ਨੂੰ ਜਾਣਨ ਦੇ ਲਈ, ਪਿਤਾ ਦੀ ਪਵਿੱਤਰਤਾ ਨੂੰ ਜਾਣਨ ਦੇ ਲਈ, ਪਿਤਾ ਦੀ ਸੱਚਾਈ ਨੂੰ ਜਾਣਨ ਦੇ ਲਈ ਇੱਕ ਪੈਦਾ ਹੋਇਆ, ਉਹ ਹੈ ਯਿਸੂ ਮਸੀਹ, ਜਿਸ ਤੋਂ ਸਾਡੀ ਪਛਾਣ ਪਰਮੇਸ਼ਵਰ ਦੇ ਸਮਕਸ਼ ਉਹਦੇ ਵਿੱਚ ਪੁੱਤਰਾਂ ਦੇ ਮਾਨੰਦ ਹੁੰਦੀ ਹੈ। ਅਸੀਂ ਆਪਣੇ ਆਪ ਪਰਮੇਸ਼ਰ ਦੇ ਕੋਲ ਨਹੀਂ ਸੀ ਜਾ ਸਕਦੇ, ਅਸੀਂ ਆਪਣੇ ਆਪ ਪਰਮੇਸ਼ਰ ਨੂੰ ਨਹੀਂ ਸੀ ਜਾਣ ਸਕਦੇ, ਅਸੀਂ ਆਪਣੇ ਆਪ ਪਵਿੱਤਰ ਨਹੀਂ ਸੀ ਹੋ ਸਕਦੇ, ਪਰ ਉਹਦੇ ਪੁੱਤਰ ਦੇ ਰਾਹੀਂ ਜਿਹੜਾ ਉਹਦੇ ਤੋਂ ਪੈਦਾ ਹੋਇਆ ਹੈ ਉਸ ਤੋਂ ਅਸੀਂ ਪਰਮੇਸ਼ਰ ਨੂੰ ਜਾਣ ਸਕੇ। ਇਹ ਗੱਲ ਬੜੀ ਸਪਸ਼ਟ ਹੈ। ਇਸ ਕਰਕੇ ਉਹ ਕਹਿੰਦਾ ਹੈ
ਜਿਹੜਾ ਪਰਮੇਸ਼ਰ ਤੋਂ ਜੰਮਿਆ। ਇਸ ਗੱਲ ਨੂੰ ਸਮਝਣ ਦੇ ਲਈ ਮੈਂ 3:9 ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਪਹਿਲਾ ਯਹੋਨਾ 3:9 ਇੱਥੇ ਲਿਖਿਆ ਹੈ, ਕੋਈ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ, ਕਿਉਂ ਜੋ ਉਹਦਾ ਵੀ ਉਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸਕਦਾ, ਇਸ ਲਈ ਜੋ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ। ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਪਾਪ ਨਹੀਂ ਕਰ ਸਕਦਾ। ਇਹਦਾ ਮਤਲਬ ਯਿਸੂ ਮਸੀਹ ਪਰਮੇਸ਼ਰ ਤੋਂ ਪੈਦਾ ਹੋਇਆ, ਉਸ ਵਿੱਚ ਪਾਪ ਮੂਲੋਂ ਹੀ ਨਹੀਂ ਸੀ। ਇਸ ਕਰਕੇ ਜਦੋਂ ਅਸੀਂ ਦੂਸਰਾ ਕਰੰਥੀਆਂ ਉਸ ਦਾ 5 ਅਧਿਆਏ ਉਸ ਦੀ 21 ਆਇਤ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ, ਜਿਹੜਾ ਪਾਪ ਦਾ ਜਾਣੂ ਨਹੀਂ ਸੀ। ਇਹਦਾ ਮਤਲਬ ਉਹ ਪਾਪ ਦੇ ਵਿੱਚ ਹੈ ਹੀ ਨਹੀਂ ਸੀ ਤੇ ਪਾਪ ਦੇ ਨਾਲ ਉਹਦਾ ਕੋਈ ਸੰਬੰਧ ਹੀ ਹੈ ਨਹੀਂ ਸੀ। ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹੀ ਸਾਨੂੰ ਪਵਿੱਤਰ ਕਰ ਸਕਦਾ ਹੈ, ਉਹੀ ਸਾਨੂੰ ਸੱਚ ਦੇ ਮਾਰਗ ਵਿੱਚ ਖੜਾ ਕਰ ਸਕਦਾ ਹੈ, ਉਹੀ ਸਾਨੂੰ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਸਦੀਵੀ ਪ੍ਰੇਮ ਪੈਦਾ ਕਰ ਸਕਦਾ। ਮੇਰੇ ਪਿਆਰੇ ਅਸੀਸ, ਅੰਤਿਮ ਪਲਾਂ ਦੇ ਵਿੱਚ ਯਹੋਨਾ ਬਜ਼ੁਰਗੀ ਦੇ ਸਮੇਂ ਦੇ ਵਿੱਚ ਆਪਣੇ ਲੋਕਾਂ ਨੂੰ ਦੱਸ ਰਿਹਾ, ਜਿਹੜਾ ਪਰਮੇਸ਼ਰ ਤੋਂ ਜੰਮਿਆ ਉਹ ਪਾਪ ਨਹੀਂ ਕਰਦਾ। ਇਹਦਾ ਮਤਲਬ ਜੇ ਅਸੀਂ ਯਿਸੂ ਮਸੀਹ ਦੇ ਵਿੱਚ ਪੈਦਾ ਹੋਏ ਹਾਂ, ਯਿਸੂ ਮਸੀਹ ਦੇ ਵਿੱਚ ਸਾਡਾ ਜਨਮ ਹੋਇਆ ਹੈ, ਕਿਉਂਕਿ ਬਾਈਬਲ ਬਾਣੀ ਦੇ ਵਿੱਚ ਜਦੋਂ ਅਸੀਂ ਯਹੋਨਾ ਦੀ ਅੰਜੀਲ 1:12 ਪੜ੍ਹਦੇ ਹਾਂ ਤਾਂ ਉਹਦੇ ਵਿੱਚ ਲਿਖਿਆ, ਜਿਨ੍ਹਾਂ ਨੇ ਮਸੀਹ ਯਿਸੂ ਉੱਤੇ ਨਿਹਚਾ ਕੀਤੀ ਉਹ ਪਰਮੇਸ਼ਰ ਤੋਂ ਪੈਦਾ ਹੋਏ। ਇਹਦਾ ਮਤਲਬ ਉਹਨਾਂ ਦਾ ਪਰਮੇਸ਼ਰ ਪੁੱਤਰ ਹੋਣ ਦਾ ਹੱਕ ਹੈ। ਇਸ ਲਈ ਸਰਵਪ੍ਰਥਮ ਅਸੀਂ ਪਾਪ ਤੋਂ ਮੁਕਤ ਹੋਣ ਦੇ ਲਈ ਸਾਨੂੰ ਪਵਿੱਤਰ ਵਿਅਕਤੀ ਦੀ, ਇੱਕ ਪਵਿੱਤਰ ਮਨੁੱਖ ਦੀ ਲੋੜ ਹੈ, ਜੋ ਸਵੈ ਪਰਮੇਸ਼ਰ ਮਸੀਹ ਯਿਸੂ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਾਡੇ ਪਾਪਾਂ ਨੂੰ ਮਿਟਾਉਣ ਦੇ ਲਈ ਆਏ ਔਰ ਉਹਨਾਂ ਨੇ ਕਾਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਜਾਨ ਦਿੱਤੀ, ਜਿਸ ਕਾਰਨ ਅਸੀਂ ਧਰਮੀ ਠਹਿਰਾਏ ਗਏ। ਜਿਸ ਕਾਰਨ ਅਸੀਂ ਧਰਮੀ ਠਹਿਰਾਏ ਗਏ। ਇਸੇ ਕਰਕੇ ਰੋਮੀਆਂ ਦੀ ਪੁਸਤਕ ਜਦੋਂ ਮੈਂ ਉਸ ਦਾ 3 ਅਧਿਆਏ ਉਸ ਦੀ 23 ਆਇਤ ਪੜ੍ਹਦਾ ਹਾਂ ਤਾਂ ਉਸ ਵਿੱਚ ਲਿਖਿਆ ਹੈ, ਕਹਿੰਦਾ ਹੈ 24 ਆਇਤ ਦੇ ਵਿੱਚ, ਸੋ ਉਹਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਮੁਕਤ ਧਰਮੀ ਗਿਣੇ ਜਾਂਦੇ ਹਾਂ। ਮੇਰੇ ਪਿਆਰੇ ਅਸੀਸ, ਜਦੋਂ ਅਸੀਂ ਮਸੀਹ ਯਿਸੂ ਵਿੱਚ ਪੈਦਾ ਹੋ ਜਾਂਦੇ ਹਾਂ, ਅਸੀਂ ਮੰਨ ਲੈਂਦੇ ਹਾਂ ਕਿ ਮਸੀਹ ਯਿਸੂ ਮੇਰੇ ਪਾਪੀ ਦੇ ਲਈ ਮਾਰਿਆ ਗਿਆ ਅਤੇ ਮੇਰੇ ਪਾਪੀ ਦੇ ਲਈ ਦਫਨ ਕੀਤਾ ਗਿਆ ਅਤੇ ਵਚਨ ਦੇ ਅਨੁਸਾਰ ਮੈਨੂੰ ਜੀਵੰਤ ਕਰਨ ਦੇ ਲਈ ਮੁਰਦਿਆਂ ਵਿੱਚੋਂ ਜੀ ਉੱਠਿਆ। ਹੁਣ ਉਹ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ। ਤਦ ਮੈਂ ਧਰਮੀ ਬਣ ਜਾਂਦਾ ਹਾਂ ਉਹਦੇ ਪੁੱਤਰ ਦੇ ਉੱਤੇ ਨਿਹਚਾ ਕਰਨ ਦੇ ਨੇ, ਮੁਫਤ ਦੇ ਵਿੱਚ। ਔਰ ਇਸੇ ਕਰਕੇ ਲਿਖਿਆ, ਉਹ ਪਾਪ ਨਹੀਂ ਕਰਦਾ। ਉਹਦੇ ਵਿੱਚ ਮਸੀਹ ਯਿਸੂ ਦਾ ਸੁਭਾਅ ਆ ਜਾਂਦਾ ਹੈ, ਮਸੀਹ ਯਿਸੂ ਦਾ ਚਰਿੱਤਰ ਆ ਜਾਂਦਾ ਹੈ ਅਤੇ ਮਸੀਹ ਯਿਸੂ ਦਾ ਜੀਵਨ ਉਸ ਵਿੱਚ ਪ੍ਰਗਟ ਹੁੰਦਾ ਹੈ। ਔਰ ਉਹਦੇ ਲਈ ਅਗਲੀ ਗੱਲ ਉਹ ਕੀ ਕਹਿੰਦਾ ਹੈ, ਸਗੋਂ ਜਿਹੜਾ ਪਰਮੇਸ਼ਰ ਤੋਂ ਜੰਮਿਆ ਹੈ ਉਹ ਉਸ ਦੀ ਰੱਖਿਆ ਕਰਦਾ ਹੈ। ਇਹਦਾ ਮਤਲਬ ਜਦੋਂ ਧਰਮੀ ਉਸ ਵਿੱਚ ਜੰਮਿਆ ਹੈ, ਉਸ ਵਿੱਚ ਪੈਦਾ ਹੋਇਆ ਹੈ, ਤਾਂ ਪਰਮੇਸ਼ਰ ਪੁੱਤਰ ਉਹਦੀ ਰੱਖਿਆ ਕਰਦਾ ਹੈ। ਔਰ ਜਿਹਦੀ ਰੱਖਿਆ ਪਰਮੇਸ਼ਰ ਪੁੱਤਰ ਕਰਦਾ ਹੈ ਉਹਨੂੰ ਦੁਸ਼ਟ ਛੂ ਨਹੀਂ ਸਕਦਾ, ਉਹਨੂੰ ਦੁਸ਼ਟ ਛੂ ਨਹੀਂ ਸਕਦਾ। ਜਿਹਦੀ ਰੱਖਿਆ ਪ੍ਰਭੂ ਯਿਸੂ ਮਸੀਹ ਕਰਦਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੇਰੇ ਅਤੇ ਆਪ ਦੇ ਲਈ ਕਿ ਯੁੱਗ ਦੇ ਅੰਤ ਤੱਕ ਸਦਾ ਮੈਂ ਤੁਹਾਡੇ ਨਾਲ ਹਾਂ। ਇਹਦਾ ਮਤਲਬ ਮੇਰਾ ਪਾਪ ਦਾ ਜੀਵਨ
ਖਤਮ ਹੋ ਗਿਆ ਜਦੋਂ ਮੈਂ ਉਸ ਦੇ ਉੱਤੇ ਵਿਨੇਚਾ ਕੀਤੀ ਅਤੇ ਉਹਦੇ ਵਿੱਚ ਪੈਦਾ ਹੋ ਗਿਆ, ਅਤੇ ਉਸ ਨੇ ਮੇਰੇ ਜੀਵਨ ਦੀ ਪੂਰੀ ਸੁਰੱਖਿਆ ਆਪਣੇ ਹੱਥ ਵਿੱਚ ਲੈ ਲਈ, ਕਿਉਂਕਿ ਮੈਂ ਆਪਣੇ ਆਪ ਨੂੰ ਉਹਦੇ ਪ੍ਰਤੀ ਸਮਰਪਿਤ ਕਰ ਦਿੱਤਾ। ਜਿਸ ਤਰ੍ਹਾਂ ਪੌਲਸ ਰਸੂਲ ਗਲਾਤੀਆਂ 2:20 ਦੇ ਵਿੱਚ ਆਪਣੇ ਆਪ ਨੂੰ ਪੂਰਨ ਰੀਤੀ ਨਾਲ ਉਸ ਦੇ ਉੱਤੇ ਸਮਰਪਿਤ ਕਰਦਾ ਹੈ ਅਤੇ ਕਹਿੰਦਾ ਹੈ ਕਿ ਹੁਣ ਮੈਂ ਜ਼ਿੰਦਾ ਨਹੀਂ, ਹੁਣ ਮੇਰੇ ਵਿੱਚ ਮਸੀਹ ਜ਼ਿੰਦਾ ਹੈ, ਜਿਨ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ, ਤਾਂ ਕਿ ਉਸ ਦਾ ਪ੍ਰੇਮ ਮੇਰੇ ਵਿੱਚ ਵਧੇ ਅਤੇ ਮੈਂ ਉਸ ਵਿੱਚ ਵਾਧਾ ਹੋਇਆ, ਜਿਉਂਦੀ ਆਸ ਦੇ ਵਿੱਚ ਉਸ ਸਥਾਨ ਵਿੱਚ ਪਹੁੰਚਾ ਜਿੱਥੇ ਪਰਮੇਸ਼ਰ ਵਿਰਾਜਮਾਨ ਹੈ। ਇਹਦਾ ਮਤਲਬ ਮੈਂ ਜਦ ਤੱਕ ਇਸ ਧਰਤੀ ਦੇ ਵਿੱਚ ਹਾਂ, ਮੈਨੂੰ ਦੁਸ਼ਟ ਅਤੇ ਦੁਸ਼ਟ ਦੀ ਚਾਲ ਅਤੇ ਦੁਸ਼ਟ ਦੇ ਵਿਚਾਰ ਅਤੇ ਦੁਸ਼ਟ ਦੀਆਂ ਗੱਲਾਂ ਮੈਨੂੰ ਨਾਸ਼ ਨਹੀਂ ਕਰ ਸਕਦੀ, ਕਿਉਂਕਿ ਪ੍ਰਭੂ ਮੇਰੇ ਨਾਲ ਹੈ। ਇਸ ਗੱਲ ਦੇ ਲਈ ਮੈਨੂੰ ਆਪਣੇ ਵਿੱਚ ਅਣਖ ਪੈਦਾ ਕਰਨੀ ਪੈਣੀ ਹੈ ਕਿ ਮੈਂ ਮਸੀਹ ਵਿੱਚ ਹਾਂ ਅਤੇ ਮਸੀਹ ਮੇਰੇ ਵਿੱਚ ਹੈ। ਜੇ ਅਣਖ ਮੇਰੇ ਵਿੱਚ ਨਹੀਂ ਹੈ ਤਾਂ ਪਿਆਰੋ, ਮੈਨੂੰ ਉਹ ਕਿਤੇ ਵੀ ਸੁੱਟ ਸਕਦਾ ਹੈ, ਕਿਤੇ ਵੀ ਮੈਨੂੰ ਢਾਹ ਸਕਦਾ ਹੈ, ਕਿਤੇ ਵੀ ਮੇਰਾ ਨਾਸ਼ ਕਰ ਸਕਦਾ ਹੈ। ਕਿਵੇਂ? ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ 19 ਅਧਿਆਏ ਪੜ੍ਹਦੇ ਹਾਂ ਰਸੂਲਾਂ ਦੇ ਕਰਤੱਵ, ਤਾਂ ਉੱਥੇ ਅਸੀਂ ਦੇਖਦੇ ਹਾਂ ਕਿ ਇੱਕ ਓਝਾ ਕਰਨ ਵਾਲੇ ਦੇ 2 ਪੁੱਤਰਾਂ ਨੇ ਯਿਸੂ ਦੇ ਨਾਮ ਦੇ ਵਿੱਚ ਦੁਸ਼ਟ ਆਤਮਾ ਨੂੰ ਕੱਢਣ ਦਾ ਪ੍ਰਯਾਸ ਕੀਤਾ। ਦੁਸ਼ਟ ਆਤਮਾ ਨੇ ਕਿਹਾ ਕਿ ਅਸੀਂ ਪੌਲਸ ਨੂੰ ਜਾਣਦੇ ਹਾਂ, ਅਸੀਂ ਪਤਰਸ ਨੂੰ ਜਾਣਦੇ ਹਾਂ, ਹੂ ਆਰ ਯੂ, ਤੂੰ ਕੌਣ ਹੈ? ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਜਿਨ੍ਹਾਂ ਦੇ ਵਿੱਚ ਪੈਦਾ ਹੋਇਆ ਹੈ, ਪ੍ਰਭੂ ਯਿਸੂ ਮਸੀਹ ਦਾ ਜਿਨ੍ਹਾਂ ਵਿੱਚ ਜਨਮ ਹੋਇਆ ਹੈ, ਇਹਦਾ ਮਤਲਬ ਦੁਸ਼ਟ ਉਹਨਾਂ ਨੂੰ ਛੂ ਨਹੀਂ ਸਕਦਾ। ਧਰਮੀ ਦੀ ਰੱਖਿਆ ਪਰਮੇਸ਼ਵਰ ਪੁੱਤਰ ਸਵੈਂ ਕਰਦਾ ਹੈ, ਉਸ ਦਾ ਨਾਸ਼ ਨਹੀਂ ਹੋਣਾ। ਉਸ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਉਹ ਚੱਲਦਾ ਹੈ, ਜੇ ਉਸ ਦਾ ਪੂਰਨ ਵਿਸ਼ਵਾਸ ਉਸ ਦੇ ਉੱਤੇ ਹੈ। ਜੇ ਉਸ ਦਾ ਵਿਸ਼ਵਾਸ ਪੂਰਨ ਨਹੀਂ ਤਾਂ ਮੇਰੇ ਪਿਆਰੋ, ਉਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਅਤੇ ਕਿਸੇ ਵੇਲੇ ਵੀ ਨਾਸ਼ ਹੋ ਸਕਦਾ ਹੈ। ਸਾਡਾ ਭਰੋਸਾ ਪੂਰਨ ਪ੍ਰਭੂ ਯਿਸੂ ਮਸੀਹ 'ਤੇ ਹੋਣਾ ਚਾਹੀਦਾ। ਇਸ ਕਰਕੇ ਕਹਿੰਦਾ ਹੈ ਦੁਸ਼ਟ ਉਹਨੂੰ ਹੱਥ ਨਹੀਂ ਲਾਉਂਦਾ। ਅੱਗੇ ਕਹਿੰਦਾ ਅਸੀਂ ਜਾਣਦੇ ਹਾਂ ਭਾਈ, ਅਸੀਂ ਪਰਮੇਸ਼ਰ ਤੋਂ ਹਾਂ। ਇਹਦਾ ਮਤਲਬ ਅਸੀਂ ਜਾਣਦੇ ਹਾਂ ਭਾਈ, ਅਸੀਂ ਪਰਮੇਸ਼ਰ ਤੋਂ ਕਿਵੇਂ ਜਾਣਦੇ? ਕਿਉਂਕਿ ਅਸੀਂ ਉਹਦੇ 'ਤੇ ਵਿਸ਼ਵਾਸ ਕਰਦੇ ਹਾਂ। ਸਾਡਾ ਉੱਠਣਾ ਬੈਠਣਾ ਚੱਲਣਾ ਉਹਦੇ ਨਾਲ ਹੈ ਅਤੇ ਲੋਕ ਅਤੇ ਸੰਸਾਰ ਸਾਨੂੰ ਦੇਖਦਾ ਹੈ ਮਸੀਹ ਵਿੱਚ ਚੱਲਦੇ ਹਾਂ। ਉਹ ਗਵਾਹੀ ਦਿੰਦੇ ਆ ਕਿ ਇਹ ਲੋਕ ਮਸੀਹ ਵਿੱਚ ਹੈ ਅਤੇ ਸਾਰਾ ਸੰਸਾਰ ਦੁਸ਼ਟ ਦੇ ਵਸ ਵਿੱਚ ਪਿਆ ਹੋਇਆ ਹੈ। ਸੰਸਾਰ ਦੁਸ਼ਟ ਦੇ ਵਸ ਵਿੱਚ ਹੈ। ਉਹ ਜਿੱਦਾਂ ਚਾਹੁੰਦਾ ਹੈ ਉਹਨਾਂ ਨੂੰ ਚਲਾਉਂਦਾ ਹੈ ਅਤੇ ਉਹ ਉਹਦੀ ਆਵਾਜ਼ ਨੂੰ ਸੁਣਦੇ ਆ। ਪਰ ਅਸੀਂ ਕਿਹਦੀ ਆਵਾਜ਼ ਨੂੰ ਸੁਣਦੇ ਆ? ਆਪਣੇ ਕਰਤਾ ਪ੍ਰਭੂ ਯਿਸੂ ਮਸੀਹ ਦੀ। ਜਿਵੇਂ 10 ਅਧਿਆਏ ਯਹੋਨਾ ਦੇ ਵਿੱਚ ਲਿਖਿਆ ਹੈ, ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸਿਆਣਦੀਆਂ ਅਤੇ ਉਹ ਮੇਰੇ ਪਿੱਛੇ ਤੁਰਦੀਆਂ ਅਤੇ ਉਹਨਾਂ ਦਾ ਅਯਾਲੀ ਉਹਨਾਂ ਦੇ ਲਈ ਜਾਨ ਦੇਣ ਦੇ ਲਈ ਤਿਆਰ ਹੈ। ਮੇਰੇ ਪਿਆਰੋ, ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ। ਕਿਉਂ? ਕਿਉਂਕਿ ਉਹਦੇ ਵਿੱਚ ਯਿਸੂ ਮਸੀਹ ਜੀਵਤ ਹੈ, ਔਰ ਜਿਹਦੇ ਵਿੱਚ ਯਿਸੂ ਮਸੀਹ ਜੀਵਤ ਹੈ ਉਸ ਨੂੰ ਦੁਸ਼ਟ ਛੂ ਨਹੀਂ ਸਕਦਾ। ਇਹਦਾ ਮਤਲਬ ਮੈਂ ਆਪਣੇ ਅੰਦਰ ਵਿਸ਼ਵਾਸ ਨੂੰ ਦਿਨ ਪ੍ਰਤੀ ਦਿਨ ਮਜ਼ਬੂਤ ਕਰਨਾ। ਮੇਰਾ ਵਿਸ਼ਵਾਸ ਮਜ਼ਬੂਤ ਕਿਵੇਂ ਹੋਵੇਗਾ? ਜਿਵੇਂ ਜਿਵੇਂ ਮੈਂ ਵਚਨ ਨੂੰ ਪੜ੍ਹਦਾ ਜਾਵਾਂਗਾ ਅਤੇ ਆਪਣੇ ਵਿੱਚ ਅਪਲਾਈ ਕਰਦਾ, ਮਤਲਬ ਲਾਗੂ ਕਰਦਾ ਹੈ, ਉਸ ਵਿੱਚ ਚੱਲਾਂਗਾ, ਤਾਂ ਮੇਰੇ ਜੀਵਨ ਦੇ ਵਿੱਚ ਮਸੀਹ ਜ਼ਿੰਦਾ ਹੈ। ਉਹ ਮੇਰੇ ਵਿੱਚ ਚੱਲਦਾ ਹੈ,
ਉਹ ਮੇਰੇ ਵਿੱਚ ਦੇਖਦਾ ਹੈ ਅਤੇ ਮੇਰੇ ਵਿੱਚ ਸੁਣਦਾ ਹੈ ਅਤੇ ਮੇਰੇ ਵਿੱਚ ਬੋਲਦਾ ਹੈ, ਫਿਰ ਦੁਸ਼ਟ ਮੈਨੂੰ ਛੂ ਨਹੀਂ ਸਕਦਾ। ਇਸ ਲਈ ਵਚਨ ਦੇ ਵਿੱਚ ਲਿਖਿਆ ਹੈ, ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ ਹੈ, ਔਰ ਧਰਮੀ ਦੇ ਜੀਵਨ ਦੇ ਵਿੱਚ ਉਸ ਦਾ ਕੋਈ ਕੰਮ ਨਹੀਂ ਹੁੰਦਾ ਹੈ। ਮੈਂ ਇੱਕ ਵਚਨ ਹੋਰ ਆਪ ਦੇ ਨਾਲ ਪੜ੍ਹਨਾ ਚਾਹੁੰਦਾ ਹਾਂ। ਯਹੋਨਾ ਦੀ ਅੰਜੀਲ 14 ਅਧਿਆਇ ਉਸ ਦੀ 30 ਆਇਤ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਹੋਇਆ ਹੈ। ਯਹੋਨਾ ਦੀ ਅੰਜੀਲ ਉਸ ਦਾ 14 ਅਧਿਆਇ ਉਸ ਦੀ 30 ਆਇਤ, ਜਿੱਥੇ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਹਿੰਦਾ ਹੈ, ਤੁਹਾਡਾ ਜੀ ਨਾ ਘਬਰਾਵੇ। 14 ਦਾ 30 ਦੇ ਵਿੱਚ ਇੱਥੇ ਲਿਖਿਆ ਹੈ, ਮੈਂ ਫੇਰ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਇਸ ਲਈ ਜੋ ਜਗਤ ਦਾ ਸਰਦਾਰ ਆਉਂਦਾ ਹੈ ਅਤੇ ਮੇਰੇ ਵਿੱਚ ਉਹਦਾ ਕੁਝ ਵੀ ਨਹੀਂ ਹੈ ਅਤੇ ਮੇਰੇ ਵਿੱਚ ਉਹਦਾ ਕੁਝ ਨਹੀਂ ਹੈ। ਇਹਦਾ ਮਤਲਬ ਮੇਰੇ ਜੀਵਨ ਦੇ ਵਿੱਚ ਅੰਤਿਮ ਗੱਲ ਆਪ ਨੂੰ ਦੱਸ ਰਿਹਾ ਹਾਂ, ਜਿੱਥੇ ਦੁਸ਼ਟ ਸਾਨੂੰ ਛੂ ਨਹੀਂ ਸਕਦਾ। ਪ੍ਰਭੂ ਯਿਸੂ ਮਸੀਹ ਕਹਿੰਦਾ ਮੇਰਾ ਉਹਦੇ ਵਿੱਚ ਕੁਝ ਨਹੀਂ ਹੈ। ਇਹਦਾ ਮਤਲਬ ਮੇਰੇ ਵਿੱਚ ਸੰਸਾਰ ਦੀ ਕੋਈ ਵੀ ਗੱਲ ਨਹੀਂ ਹੋਣੀ ਚਾਹੀਦੀ ਹੈ। ਜਦੋਂ ਸੰਸਾਰ ਮੇਰੇ ਵਿੱਚ ਆ ਜਾਂਦਾ ਹੈ ਤਾਂ ਦੁਸ਼ਟ ਨੂੰ ਮੇਰੇ ਵਿੱਚ ਬੈਠਣ ਦਾ ਮੌਕਾ ਮਿਲ ਜਾਂਦਾ ਹੈ। ਦੁਸ਼ਟ ਨੂੰ ਮੇਰੇ ਜੀਵਨ ਨੂੰ ਨਾਸ਼ ਕਰਨ ਦਾ ਮੌਕਾ ਮਿਲ ਜਾਂਦਾ ਹੈ। ਦੁਸ਼ਟ ਮੈਨੂੰ ਕਿਤੇ ਵੀ ਨਸ਼ਟ ਕਰ ਸਕਦਾ ਹੈ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਉਹਦਾ ਮੇਰੇ ਵਿੱਚ ਕੁਝ ਨਹੀਂ। ਤੇ ਜੇ ਮੈਂ ਮਸੀਹ ਯਿਸੂ ਦੇ ਵਿੱਚ ਹਾਂ ਤਾਂ ਸੰਸਾਰ ਦਾ ਮੇਰੇ ਵਿੱਚ ਕੁਝ ਨਹੀਂ। ਸੰਸਾਰ ਦੀ ਕੋਈ ਗੱਲ ਮੇਰੇ ਵਿੱਚ ਨਹੀਂ, ਸੰਸਾਰ ਦੇ ਕੋਈ ਵਿਚਾਰ ਮੇਰੇ ਵਿੱਚ ਨਹੀਂ, ਸੰਸਾਰ ਦੀਆਂ ਰੀਤਾਂ ਅਤੇ ਸਿੱਧੀਆਂ ਮੇਰੇ ਵਿੱਚ ਨਹੀਂ ਹੈ। ਮੇਰੇ ਵਿੱਚ ਹੁਣ ਜੋ ਹੈ ਮਸੀਹ ਯਿਸੂ ਦਾ ਵਚਨ ਹੈ, ਜਿਹੜਾ ਨਿਤ ਪ੍ਰਤੀ ਦਿਨ ਮੈਨੂੰ ਦੁਸ਼ਟ ਅਤੇ ਇਸ ਸੰਸਾਰ ਦੇ ਵਿੱਚ ਫਤਿਹ ਬਖਸ਼ਦਾ ਹੈ ਅਤੇ ਫਤਿਹ ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਬਲ ਦਿੰਦਾ ਹੈ। ਸੋ ਪਰਮੇਸ਼ਰ ਆਪ ਸਭ ਨੂੰ ਜਿਹੜੇ ਮਸੀਹ ਵਿੱਚ ਜੰਮੇ ਹੋਏ ਆ, ਉਹਨਾਂ ਨੂੰ ਇਹ ਤਸੱਲੀ ਦਿੰਦਾ ਹੈ ਕਿ ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ ਹੈ। ਜੇ ਤੁਸੀਂ ਹਜੇ ਤੱਕ ਧਰਮੀ ਨਹੀਂ ਬਣੇ ਹੈ, ਜੇ ਹਜੇ ਤੱਕ ਤੁਸੀਂ ਪ੍ਰਭੂ ਦੇ ਵਿੱਚ ਪੈਦਾ ਨਹੀਂ ਹੋਏ ਹੈ, ਤਾਂ ਅੱਜ ਤੁਸੀਂ ਉਸ ਵਿੱਚ ਪੈਦਾ ਹੋ ਸਕਦੇ ਹੋ। ਕਹਿ ਸਕਦੇ ਹੋ, ਪ੍ਰਭੂ ਮੈਂ ਪਾਪੀ ਹਾਂ, ਮੇਰੇ ਪਾਪੀ ਦੇ ਲਈ ਤੁਸੀਂ ਇਸ ਦੁਨੀਆ ਦੇ ਵਿੱਚ ਆਏ ਅਤੇ ਮੇਰੇ ਪਾਪੀ ਦੇ ਲਈ, ਮੇਰੇ ਪਾਪ ਦਾ ਕਰਜ਼ ਚੁਕਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰੇ ਗਏ ਅਤੇ ਦਫਨ ਕੀਤੇ ਗਏ ਅਤੇ ਵਚਨ ਦੇ ਅਨੁਸਾਰ ਤੀਸਰੇ ਦਿਹਾੜੇ ਜੀ ਉੱਠੇ, ਮੈਨੂੰ ਇਸ ਸੰਸਾਰ ਤੋਂ ਜਿੱਤ ਪ੍ਰਾਪਤ ਕਰਨ ਦੇ ਲਈ। ਔਰ ਅੱਜ ਮੈਂ ਉਸ ਜੈਵੰਤ ਪ੍ਰਭੂ ਦੇ ਵਿੱਚ ਹਰ ਇੱਕ ਦਿਨ ਫਤਿਹ ਪ੍ਰਾਪਤ ਕਰਦਾ ਹਾਂ ਮਸੀਹ ਯਿਸੂ ਵਿੱਚ, ਅਤੇ ਹੁਣ ਮੇਰਾ ਜੀਵਨ ਮੇਰਾ ਨਹੀਂ ਪ੍ਰਭੂ ਦਾ ਹੈ। ਇਹ ਪ੍ਰਾਰਥਨਾ ਮਸੀਹ ਯਿਸੂ ਦੇ ਵਿੱਚ ਕਰਦਾ ਹਾਂ। ਆਮੇਨ। ਤਦ ਤੁਸੀਂ ਪ੍ਰਭੂ ਵਿੱਚ ਪੈਦਾ ਹੋ ਗਏ ਅਤੇ ਪ੍ਰਭੂ ਤੁਹਾਡੇ ਵਿੱਚ। ਔਰ ਜਦੋਂ ਤੁਸੀਂ ਵਚਨ ਦਾ ਅਨੁਸਰਣ ਕਰਦੇ ਜਾਂਦੇ ਹੋ, ਭਾਵ ਵਚਨ ਨੂੰ ਪੜ੍ਹਦੇ ਜਾਂਦੇ ਹੋ, ਉਸ ਦੀ ਮਹਿਮਾ ਕਰਦੇ ਜਾਂਦੇ ਹੋ, ਤਾਂ ਨਿਤ ਪ੍ਰਤੀ ਦਿਨ ਉਹ ਤੁਹਾਨੂੰ ਸੰਸਾਰ ਦੀਆਂ ਅਤੇ ਦੁਸ਼ਟ ਦੀਆਂ ਚਾਲਾਂ ਤੋਂ ਤੁਹਾਨੂੰ ਜਿੱਤ ਦਿੰਦਾ ਹੈ ਅਤੇ ਉਸ ਤੋਂ ਤੁਹਾਨੂੰ ਬਚਾਉਂਦਾ ਹੈ। ਪ੍ਰਭੂ ਆਪ ਨੂੰ ਇਸ ਤਰ੍ਹਾਂ ਹੋਣ ਦੇ ਲਈ ਮਦਦ ਕਰੇ। ਪ੍ਰਭੂ ਕਹਿੰਦਾ ਹੈ ਕਿ ਮੈਂ ਧਰਮੀ ਦੇ ਅੰਗ ਸੰਗ ਹਾਂ, ਮੈਂ ਉਹਨੂੰ ਨਾ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। ਇਸ ਲਈ ਵਚਨ ਕਹਿੰਦਾ ਹੈ ਕਿ ਧਰਮੀ ਨੂੰ ਦੁਸ਼ਟ ਛੂ ਨਹੀਂ ਸਕਦਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।